ਬੱਚੇ ਨੂੰ ਜੰਮਦੀ ਹੈ, ਪਾਲਦੀ ਹੈ, ਵੱਡਾ ਕਰਦੀ ਹੈ, ਤੇ ਉਸ ਤੋਂ ਬਾਅਦ ਉਹ ਬੁੱਢੀ ਹੋ ਜਾਂਦੀ ਹੈ, ਉਹਦੀ ਸ਼ਾਦੀ ਬੇਟੇ ਦੀ ਹੋ ਜਾਂਦੀ ਹੈ, ਅੱਗੇ ਨੂੰਹ ਆ ਜਾਂਦੀ ਹੈ। ਆਇਆ ਹੁਣ ਨੂੰਹ ਦੇ ਫਰਜ਼ ਹੈ ਮਾਂ ਦੀ ਸੱਸ ਦੀ ਖਿਦਮਤ ਕਰਨਾ ਕਿ ਨਹੀਂ? ਉਹਨੂੰ ਕੌਣ ਪਾਲੇਗਾ? ਇਸ ਗੱਲ ਨੇ ਵੀ ਬੜਾ ਲੋਕਾਂ ਨੂੰ ਖਰਾਬ ਕੀਤਾ। ਪਤਾ ਨਹੀਂ ਇਹ ਬੱਚਿਆਂ ਨੇ ਕਿੱਥੋਂ ਦਰਸਾਂ ਤੋਂ ਸੁਣ ਲਿਆ ਵੀ ਸਸੁਰ ਦੀ ਜਾਂ ਆਪਣੀ ਸੱਸ ਦੀ ਖਿਦਮਤ ਕਰਨਾ ਸਾਡਾ ਕੋਈ ਕੰਮ ਨਹੀਂ। ਇਸ ਤੋਂ ਵਿਚਾਰੇ ਫਿਰ ਧੱਕੇ ਹੀ ਖਾਂਦੇ ਬੱਚੇ ਜਿਹੜੇ, ਉਹ ਵਿਚਾਰੇ ਉਹ ਵੀ ਨਹੀਂ ਖਬਰ ਲੈ ਸਕੇ। ਇਹਨਾਂ ਨੇ ਬਹੁਤ ਮਾੜੀ ਗੱਲ ਕਰੀ ਹੈ। ਇਹਨਾਂ ਦਾ ਕੰਮ ਨਹੀਂ ਤਾਂ ਹੋਰ ਕਿਹਨੇ ਸੰਭਾਲਣਾ? ਇਹ ਫਰਜ਼ ਹੈ। ਹਾਂ, ਤੁਹਾਨੂੰ ਹਾਂ ਬਿਲਕੁਲ ਇਹ ਸਾਰੀ ਖਿਦਮਤ ਕਰਨਾ ਇਹਨਾਂ ਦੇ ਜ਼ਿੰਮੇ ਆ। ਉਹਨਾਂ ਨੇ ਪਾਲਿਆ ਪੋਸਿਆ, ਬੱਚਾ ਤਿਆਰ ਕੀਤਾ, ਅਤੇ ਹੁਣ ਤੁਸੀਂ ਇਹ ਜਵਾਬ ਦੇ ਦਿੱਤਾ ਜਾਓ ਜਾ ਕੇ ਆਪਣਾ ਆਪ ਸੰਭਾਲਦੇ ਫਿਰੋ। ਹਾਂ, ਦਲੀਲ ਇਹ ਜਿਹੜੀ ਨਾ ਫੋਟੋ ਸਟੇਟ ਕਰਾ ਕੇ ਨਾ ਬੱਚਾ ਨਹੀਂ, ਤੁਸੀਂ ਮੇਰੇ ਕੋਲ ਨਾ, ਮੈਂ ਫਿਰ ਉਹ ਹਦੀਸ ਤੇ ਫਿਰ ਚੱਲ ਦੀਆਂ ਕਿਤਾਬਾਂ ਚੋਂ ਨਾ ਔਰ ਮਾਂ ਦੀਆਂ ਦੇਈਏ। ਇਹ ਤਾਂ ਬਹੁਤ ਮਾੜਾ ਕੰਮ। ਇਸੇ ਤਰ੍ਹਾਂ ਘਰ ਬਰਬਾਦ ਹੋ ਗਏ। ਮਤਲਬ ਦਲੀਲ ਬੜੀ ਆਮ ਹੋ ਚੁੱਕੀ ਹੈ ਕਿ ਜੀ ਸਾਡੇ ਬੇਟੇ ਤੇ ਫਰਜ਼ ਹੈ, ਲੇਕਿਨ ਉਹਦੀ ਬੇਗਮ ਤੇ ਫਰਜ਼ ਨਹੀਂ ਹੈਗਾ। ਬੇਟਾ ਕਿਥੋਂ ਇਹਨਾਂ ਨੌਕਰਾਨੀਆਂ ਰੱਖਦਾ ਪਏ। ਮੌਲਾਨਾ ਸਾਹਿਬ ਮੈਨੂੰ ਨਾ ਅਬੂ ਧਾਬੀ ਮੈਂ ਫੋਨ ਕੀਤਾ ਦੁਬਈ, ਉੱਥੋਂ ਸਵਾਲ ਬਹੁਤ ਮਾੜਾ ਕਰ ਉੱਥੋਂ ਸਵਾਲ ਆਇਆ, ਤੇ ਮੈਂ ਉੱਥੇ ਵੀ ਮੈਨੂੰ ਪੁੱਛਿਆ ਸੀ, ਮੈਂ ਉਹਨੂੰ ਉਹੀ ਗੱਲ ਕਹੀ ਸੀ ਕਿ ਇਸਲਾਮ ਜਦੋਂ ਤੁਸੀਂ ਕਹਿੰਦੇ ਜੇ ਕਿ ਮੁਕੰਮਲ ਜ਼ਾਤ ਦਾ ਮੁਕੰਮਲ ਦਾ, ਤੇ ਇਹ ਜੇ ਤੁਸੀਂ ਕਹਿੰਦੇ ਕਿ ਬੇਟਾ ਕਰੇ, ਤੇ ਬੇਟਾ ਅਗਰ ਨਹੀਂ ਅਫੋਰਡ ਕਰ ਸਕਦਾ ਨੌਕਰਾਨੀ, ਫਿਰ ਕੀ ਕਰੇ? ਆਪ ਕਰੇ, ਬੱਚਿਆਂ ਨੂੰ ਕੌਣ ਘੁਮਾਵੇ? ਇਹ ਬਿਲਕੁਲ ਗੈਰ ਫਿਤਰੀ ਗੱਲਾਂ ਕਰਦੇ ਆ। ਬੱਚਾ ਆਪ ਕੱਪੜੇ ਧੋਂਦਾ ਫਿਰੇ ਤੇ ਆਰਾਮ ਨਾਲ ਬੈਠੀ ਰਹੇ। ਇਹਨਾਂ ਨੇ ਬੇਟਾ ਇਹ ਗੱਲ ਬਣਾ ਲਈ ਨਾ, ਜੋ ਇਹਨਾਂ ਨੂੰ ਪੜ੍ਹਾਉਂਦੇ ਨਾ ਦਰਸਾਂ 'ਚ ਇਹੀ ਹੈ ਵੀ ਬੀਵੀ ਦਾ ਕੰਮ ਸਿਰਫ ਇਹ ਵੀ ਉਹ ਤਿਆਰ ਰਵੇ ਜਦੋਂ ਸੋਬਤ ਕਰਨਾ ਚਾਹੇ, ਬਸ ਇਹਦੋਂ ਸਵਾ ਕੋਈ ਨਹੀਂ। ਨਾ ਰੋਟੀ ਪਕਾਉਣੀ, ਸੱਸ ਸਹੁਰਾ ਤਾਂ ਗੁਜ਼ਾਰਿਆ, ਖਾਣ ਲਈ ਵੀ ਰੋਟੀ ਪਕਾਉਣੀ ਉਹਦੇ ਦਿੰਦੇ ਨੇ। ਉਹ ਹੋਟਲ ਤੋਂ ਲਿਆਵੇ, ਜਿੱਥੋਂ ਮਰਜ਼ੀ ਲਿਆ ਕੇ ਦੇਵੇ, ਉਹ ਹੀ ਕਰਦਾ ਫਿਰੇ। ਇਹਨੇ ਬਸ ਬਣ ਸਵਰ ਕੇ ਬੈਠੀ ਰਹਿਣਾ, ਵੀ ਲੱਜ਼ਤ ਲੈਣੀ ਤਾਂ ਆ ਜਾ, ਹੋਰ ਕੁਛ ਨਹੀਂ। ਕਿਆ ਇਹਨਾਂ ਨੇ ਦੀਨ ਦਾ ਮਜ਼ਾਕ ਉਡਾਇਆ? ਨਾ ਨਾ, ਇਹ ਫਸਾਦ ਘਰਾਂ 'ਚ ਪੈਦਾ